ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਈਏ ਪੰਜਾਬ ਦੀ ਸਿਆਸਤ ਵੱਲ ਨੂੰ। ਪੰਜਾਬ ਦੀ ਸਿਆਸਤ ਦੇ ਵਿੱਚ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਹਾਲਾਂਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਮਸਲਾਤ ਨਾਲ ਕੋਈ ਬਾਹਲਾ ਸਰੋਕਾਰ ਨਹੀਂ ਹੈ। ਪੰਜਾਬ ਦੇ ਲੀਡਰ ਇੱਕ ਦੂਜੇ ਨੂੰ ਵਿਆਹਾਂ ਦੀਆਂ ਤਾਹਨੇ ਮਿਹਣੇ ਦੇ ਰਹੇ ਨੇ। ਹੁਣ ਮਾਨ ਸਾਹਿਬ ਨੇ ਵੀ ਮੋੜਵਾਂ ਵਾਰ ਕੀਤਾ, ਤੇ ਇਹ ਉਹਨਾਂ ਦਾ ਪੇਸ਼ਾ ਰਿਹਾ। ਤੰਜ਼ ਕਰਨਾ, ਵਿਅੰਗ ਕਰਨਾ, ਉਹ ਪੇਸ਼ੇਵਰ ਰਹੇ ਨੇ, ਤੇ ਇਸ ਮਾਮਲੇ ਦੇ ਵਿੱਚ ਮੋੜਵਾਂ ਜਵਾਬ ਦੇਣ 'ਚ ਤਾਂ ਉਹਨਾਂ ਦਾ ਕੋਈ ਮੇਰੇ ਖਿਆਲ ਸਾਨੀ ਨਹੀਂ ਹੈ। ਉਹਨਾਂ ਨੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ। ਪਰ ਇਸੇ ਦਰਮਿਆਨ ਗੱਲ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੀਆਂ 2.5 ਕਰੋੜ ਦੀਆਂ ਲੈਂਡ ਕਰੂਜ਼ਰਾਂ ਦੇ ਵਿੱਚ ਘੁੰਮਦਾ ਹੈ ਆਮ ਆਦਮੀ ਕੇਜਰੀਵਾਲ। ਕਿਉਂਕਿ ਕੇਜਰੀਵਾਲ ਨੇ ਹੀ ਸੱਤਾ ਦੇ ਵਿੱਚ, ਰਾਜਨੀਤੀ ਦੇ ਵਿੱਚ ਪਰਿਵਰਤਨ ਦੀ ਗੱਲ ਕਹੀ ਸੀ, ਸਾਦੀ ਜ਼ਿੰਦਗੀ ਜਿਉਣ ਦੀ ਗੱਲ ਕਹੀ ਸੀ, ਲੋਕਪਾਲ ਦੀ ਗੱਲ ਕਹੀ ਸੀ, VIP ਕਲਚਰ ਦੀ ਗੱਲ ਕੀਤੀ ਸੀ ਜੀ। ਪ੍ਰਵੀਨ ਜੀ, ਬਿਲਕੁਲ ਉਹ ਆਪਣੇ ਕਹਾਵਤ ਹੈ ਨਾ ਕਿ ਨੱਚਣ ਗਾਉਣ ਵਾਲੇ ਦਾ ਮੂੰਹ ਨਾ ਰਹਿੰਦਾ, ਨੱਚਣ ਵਾਲੇ ਦੀ ਅੱਡੀਆਂ ਰਹਿੰਦੀ ਹੈ ਨਾ। ਸੋ ਇਸ ਲਈ ਉਹੀ ਕਹਾਵਤ ਹੈ ਕਿ ਨੱਚਣ ਵਾਲੇ ਦੀ ਅੱਡੀਆਂ ਰਹਿੰਦੀ, ਗਾਉਣ ਵਾਲੇ ਦਾ ਮੂੰਹ ਨਾ ਰਹਿੰਦਾ, ਕਿ ਹਾਂ ਉਹ ਰਹਿ ਨਹੀਂ ਸਕਦੇ। ਸੋ ਇਸ ਲਈ ਭਗਵੰਤ ਮਾਨ ਦੀ ਤੁਸੀਂ ਪੇਸ਼ੇ ਦੀ ਗੱਲ ਕਰਦੇ ਹੋ, ਫਿਰ ਉਹ ਵੀ ਰਹਿ ਨਹੀਂ ਸਕਦੇ। ਉਹਨਾਂ ਦਾ ਵੀ ਜਾਗ ਜਾਂਦਾ ਉਹ ਹੈ ਨਾ ਕਮੇਡੀਅਨਪਣਾ, ਕਿ ਉਹ ਫਿਰ ਤੁਕਬੰਦੀ ਤੇ ਵੀ ਉਤਰੇ ਆਉਂਦੇ ਨੇ, ਉਹ ਤੰਜ ਕਸਣ ਤੇ ਵੀ ਉਤਰੇ ਆਉਂਦੇ ਨੇ। ਪਰ ਮਰਿਆਦਾ ਕਿਸੇ ਨੇ ਵੀ ਨਹੀਂ ਪਾਲੀ, ਨਾ ਵਿਰੋਧੀ ਲੀਡਰਾਂ ਨੇ, ਨਾ ਸਰਕਾਰ ਵਾਲੀ ਧਿਰ ਨੇ, ਨਾ ਮੁੱਖ ਮੰਤਰੀ ਨੇ, ਨਾ ਸਾਬਕਾ ਮੰਤਰੀਆਂ ਨੇ। ਸੋ ਸਾਰਿਆਂ ਨੇ ਮਰਿਆਦਾ ਤਾਂ ਭੰਗ ਕਰ ਦਿੱਤੀ ਆ। ਉਸ ਪੱਧਰ ਤੱਕ ਆ ਗਏ ਹਾਂ ਅਸੀਂ। ਹਾਂ, ਜਿੱਥੋਂ ਤੱਕ ਇਹ ਤਾਜ਼ਾ ਮਾਮਲਾ ਹੈ, ਤਾਜ਼ਾ ਮਾਮਲਾ ਮਤਲਬ ਕਿ ਸਿੱਧਾ ਬਿਆਹਾਂ ਤੋਂ ਉਸਦੇ ਵਿੱਚ ਜਿਵੇਂ ਨਵਜੋਤ ਸਿੱਧੂ ਬੋਲੇ, ਵਿਕਰਮ ਮਜੀਠੀਆ ਬੋਲੇ, ਬਾਜਵਾ ਹੋਰੀ ਬੋਲੇ ਕਿ ਇਹ ਤਾਂ ਵਿਆਹ ਕਰਾਉਣੇ ਆਏ ਨੇ, ਹਨਾ, 30 ਦਿਨ ਵਿਆਹ ਹੋ ਜਾਂਦਾ ਜੀ, ਹਰ ਰੋਜ਼ ਵਿਆਹ ਹੀ ਹੁੰਦਾ। ਭਗਵੰਤ ਮਾਨ ਕਹਿੰਦੇ ਠੀਕ ਆ, ਫਿਰ ਨੌਜਵਾਨ MLA ਨੇ ਸਾਡੇ ਤਾਂ ਵਿਆਹ ਤਾਂ ਹੋਣਗੇ ਹੀ ਭਾਈ, ਹੈ ਨਾ। ਇਹ 'ਚ ਸਾਡਾ ਕੀ ਕਸੂਰ ਹੈ ਜੇ ਤੁਹਾਡੇ ਰਾਹੁਲ ਗਾਂਧੀ ਦਾ ਵਿਆਹ ਨਹੀਂ ਹੋ ਰਿਹਾ, ਕਹਿੰਦੇ, ਹੈ ਨਾ। ਫਿਰ ਉਹ ਭਗਵੰਤ ਮਾਨ ਤੇ ਜਿਹੜਾ ਵਿਆਹ ਵਾਲਾ ਤੰਜ ਸੀਗਾ, ਉਹਦਾ ਵੀ ਭਗਵੰਤ ਮਾਨ ਨੇ ਉਸੇ ਸ਼ੈਲੀ 'ਚ ਜਵਾਬ ਦਿੱਤਾ ਕਿ ਕੋਈ ਨਾ ਨਵਜੋਤ ਸਿੱਧੂ, ਫਿਰ ਤਾਂ ਤੂੰ ਵੀ ਨਾ ਹੁੰਦਾ ਜੇ ਤੇਰੇ ਬਾਪੂ ਦਾ ਦੂਆ ਵਿਆਹ ਨਾ ਹੋਇਆ ਹੁੰਦਾ, ਹੈ ਨਾ। ਤੇ ਇਸੇ ਤਰ੍ਹਾਂ ਦੇ ਕੁਝ ਅਖਬਾਰ ਦੇ ਮਾਲਕਾਂ ਤੇ ਵੀ ਉਹਨਾਂ ਨੇ ਕੋਈ ਤੰਜ ਕਸੇ। ਸੋ ਪਰ ਇਹ ਮੁੱਖ ਮੰਤਰੀ ਨੂੰ ਨਹੀਂ ਸ਼ੋਭਦਾ। ਮੇਰਾ ਮੰਨਣਾ ਇਹ ਜੇ ਸਾਹਮਣੇ ਵਾਲਾ, ਹੁਣ ਜਨਤਾ ਕੁਝ ਵੀ ਬੋਲੂਗੀ, ਲੋਕ ਕੁਝ ਵੀ ਬੋਲਣਗੇ, ਲੋਕ ਪਹਿਲਿਆਂ ਲਈ ਵੀ ਬੋਲਦੇ ਸੀ। ਜੇਕਰ ਤੁਹਾਨੂੰ ਇਹ ਲੱਗਦਾ ਕਿ ਨਿੱਜੀ ਹਮਲੇ ਨੇ, ਜਦੋਂ ਤੁਸੀਂ ਵਿਕਰਮ ਮਜੀਠੀਆ ਦਾ, ਹਰਸਿਮਰਤ ਦਾ ਨਾਂ ਲੈ ਕੇ ਉਹਨਾਂ ਲਈ ਬੋਲਦੇ ਸੀ, ਉਹ ਵੀ ਨਿੱਜੀ ਹਮਲੇ ਸੀ। ਜਦੋਂ ਉਹਨਾਂ ਦੀਆਂ ਗੀਤ ਕਵਿਤਾਵਾਂ ਬਣਾ ਕੇ ਬੋਲਦੇ ਸੀ, ਉਹ ਵੀ ਨਿੱਜੀ ਹਮਲੇ ਹੀ ਸੀ। ਤਾਂ ਉਹਦੇ ਪਰ ਤੁਸੀਂ ਹੱਸਦੇ ਵੀ ਸੀ ਤੇ ਲੋਕਾਂ ਨੂੰ ਤਾੜੀਆਂ ਵਜਾਉਂਦੇ ਸੀ। ਫਿਰ ਤੁਸੀਂ ਕਹੋਗੇ ਉਹ ਪੰਜਾਬ ਦੇ ਡਰੱਗ ਨਾਲ ਜੁੜਿਆ ਮਾਮਲਾ ਸੀ। ਇਹ ਪੰਜਾਬ ਦੇ ਅਖਲਾਕ ਨਾਲ ਜੁੜਿਆ ਮਾਮਲਾ। ਫਿਰ ਇਹ ਪੰਜਾਬ ਦਾ ਸੱਭਿਆਚਾਰ ਨੀਗਾ ਕਿ ਹਾਂ ਇੱਕ ਵਿਆਹ ਦੋ ਵਿਆਹ। ਸੋ ਇਸ ਲਈ ਇਹ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਮਰਿਆਦਾ ਪਾਲਣ ਦੀ ਲੋੜ ਆ। ਔਰ ਮਰਿਆਦਾ 'ਚ ਪੰਜਾਬ ਦੀ ਸਿਆਸਤ ਨਹੀਂ ਹੈ, ਮਰਿਆਦਾ 'ਚ ਪੰਜਾਬ ਦੇ ਲੀਡਰ ਨਹੀਂ ਆ, ਮਰਿਆਦਾ 'ਚ ਸੱਤਾਧਾਰੀ ਧਿਰ, ਵਿਰੋਧੀ ਧਿਰ ਨਹੀਂ ਹੈ। ਫਿਰ ਉਹ ਤੋਂ ਬਾਅਦ ਫਿਰ ਪ੍ਰਤਾਪ ਬਾਜਵਾ ਦਾ ਇੱਕ ਹੋਰ ਮਾਮਲਾ ਭਖਿਆ ਜੀ। ਕਹਿੰਦੇ ਜੀ ਪ੍ਰਤਾਪ ਬਾਜਵਾ ਨੇ ਉਹ ਮੋਬਾਈਲ ਵਾਲੀ ਗੱਲ ਕਹੀ ਕਿ ਹੁਣ ਤਾਂ ਮੋਬਾਈਲ ਵੇਚਣ ਵਾਲੇ ਵੀ MLA ਬਣ ਗਏ। ਹੁਣ ਇਸ ਨੂੰ ਦਲਿਤ ਭਾਈਚਾਰੇ ਵਾਲੇ ਮਾਮਲੇ ਨਾਲ ਜੋੜ ਲਿਆ। ਠੀਕ ਹੈ, ਅੱਛਾ, ਕਿ ਜੀ ਇਹ ਦਲਿਤ MLA ਦਾ ਅਪਮਾਨ ਹੈ, ਦਲਿਤ ਭਾਈਚਾਰੇ ਤੇ ਹਮਲਾ, ਹੈ ਨਾ। ਤੇ ਇਸ ਨੂੰ ਇਸ ਤਰ੍ਹਾਂ, ਮਤਲਬ ਅਸੀਂ ਰਾਜਨੀਤੀ ਕਿੱਥੇ ਲਿਆਏ ਆ। ਮਤਲਬ ਤੁਸੀਂ ਗੱਲ ਹੀ ਨਹੀਂ ਕਰੋਗੇ ਕਿ ਕਿਸੇ ਬਾਰੇ ਜੇ ਉਹਨੇ ਟਿੱਪਣੀ ਕੀਤੀ ਹੈ, ਉਹ ਟਿੱਪਣੀ ਤੇ ਸਵਾਲ ਹੋਣਾ ਚਾਹੀਦਾ ਕਿ ਕੀ ਮੋਬਾਈਲ ਵਾਲਾ ਬਣ ਨਹੀਂ ਸਕਦਾ। ਬਿਲਕੁਲ ਬਣ ਸਕਦਾ, ਕਿਉਂ ਨਹੀਂ ਬਣ ਨਹੀਂ ਸਕਦਾ, ਕਿ ਸਧਾਰਨ ਬੰਦਾ ਬਣ ਨਹੀਂ ਸਕਦਾ। ਇਹ ਸਵਾਲ ਕਰੋ ਪ੍ਰਤਾਪ ਬਾਜਵੇ ਨੂੰ, ਇਹ ਕਿਹੜਾ ਤੇਰਾ ਮਤਲਬ ਹੈ ਕਿ ਤੁਸੀਂ ਉਹ ਠੇਕਾ ਲਿਆ ਬਣਨ ਦਾ। ਹਾਂ, ਬਿਲਕੁਲ। ਹਰ ਚੀਜ਼ ਨੂੰ ਧਰਮ ਨਾਲ, ਜਾਤ ਨਾਲ, ਫਿਰਕੇ ਨਾਲ ਜੋੜਨਾ, ਇਹ ਸਾਡੀ ਸਿਆਸਤ ਦੀ ਹੋਰ ਗਿਰਾਵਟ ਹੈ ਜੀ। ਤੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੇਰੀ ਇਹੋ ਜਿਹੀ ਕੋਈ ਮਨਸ਼ਾ ਵੀ ਨਹੀਂ ਸੀ, ਨਾ ਮੈਂ ਇਹ ਸੋਚ ਕੇ ਬੋਲਿਆ ਤੇ ਨਾ ਮੈਂ ਇਹਦੇ ਲਈ ਮਾਫੀ ਮੰਗਣੀ। ਤੇ ਜੇਕਰ ਇਹੀ ਮਸਲਾ ਹੈ ਕਿ ਹਾਂ ਮੈਂ ਦਲਿਤ ਭਾਈਚਾਰੇ ਬਾਰੇ ਜਾਂ ਦਲਿਤ ਵਿਰੋਧੀ ਹਾਂ, ਤਾਂ ਫਿਰ ਮੈਨੂੰ ਦੱਸ ਦਿਓ ਕੇਜਰੀਵਾਲ ਤੇ ਭਗਵੰਤ ਮਾਨ ਤੁਸੀਂ ਕੀ ਹੋ, ਕਿ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਦਲਿਤ ਨੂੰ ਡਿਪਟੀ CM ਬਣਾਵਾਂਗੇ। ਕਿੱਥੇ ਆ ਤੁਹਾਡਾ ਵਾਅਦਾ, ਹੈ ਨਾ। ਮੈਨੂੰ ਦੱਸ ਦਿਓ। ਕਹਿੰਦੇ ਮੈਂ ਹਰਪਾਲ ਚੀਮਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਤੂੰ ਤਾਂ ਉਸ ਭਾਈਚਾਰੇ ਦੀ ਹੁਣ ਅਗਵਾਈ ਕਰਦਾ, ਕਿ ਤੂੰ ਹੀ ਦੱਸ ਦੇ ਕਿ ਤੁਸੀਂ ਐਡਵੋਕੇਟ ਜਨਰਲ ਦੀ ਟੀਮ 'ਚ ਰਾਖਵਾਂ ਕਰਨ ਤੋਂ ਕਿਉਂ ਭੱਜ ਗਏ, ਕਿ ਉਹ ਉਸ ਪਰਿਵਾਰਾਂ 'ਚ ਬੱਚੇ ਕਾਬਲ ਨਹੀਂ ਗੇ ਵਕੀਲ ਉਹਨਾਂ ਦੇ ਜੀ, ਉਹਨਾਂ ਨੂੰ ਲਾਇਆ ਨਹੀਂ ਅਜੇ ਤੱਕ। ਸੋ ਇਸ ਲਈ ਉਹਨਾਂ ਨੇ ਉੱਧਰ ਸਵਾਲ ਕਰ ਲਿਆ। ਫਿਰ ਸਵਾਲ VIP ਕਲਚਰ ਤੇ ਆ ਗਿਆ। VIP ਕਲਚਰ ਤੋਂ ਸਵਾਲ ਆਇਆ ਤੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੈਨੂੰ ਇਹ ਦੱਸੋ ਕਿ 171 ਕਰੋੜ ਰੁਪਈਏ ਦਾ ਜਿਹੜਾ ਮਕਾਨ ਬਣਾਇਆ ਤੁਸੀਂ, ਉਹ ਕੀ ਹੈ। 45 ਕਰੋੜ ਦੀ ਰੈਨੋਵੇਸ਼ਨ ਆ। ਆਪਾਂ ਗੱਲ ਕਰ ਰਹੇ ਸੀਗੇ, ਕੁਝ ਹੋਰ ਤੱਥ ਸਾਹਮਣੇ ਆਏ ਕਿ ਨਵੇਂ ਕੁਆਟਰ ਬਣਾ ਕੇ ਦੇਣੇ ਆ ਸਰਕਾਰੀ ਮੁਲਾਜ਼ਮਾਂ ਨੂੰ, ਜਿਨ੍ਹਾਂ ਨੂੰ ਉੱਥੋਂ ਕੱਢਿਆ, ਜਿਨ੍ਹਾਂ ਨੂੰ ਖਾਲੀ ਕਰਾਏ, ਹੈ ਨਾ। ਉਹ ਸਾਰਾ ਕੁਝ ਬਣ ਤੇ 171 ਕਰੋੜ ਆ ਜਾਣਾ। ਕਹਿੰਦੇ 171 ਕਰੋੜ ਵਾਲਾ ਕਿਹੜਾ ਆਮ ਆਦਮੀ ਪਾਰਟੀ ਹੁੰਦਾ, ਤੁਸੀਂ ਤਾਂ ਕਹਿੰਦੇ ਸੀ 4 ਕਮਰਿਆਂ ਦੇ ਘਰ 'ਚ ਰਹਾਂਗੇ। ਚਲੋ ਅਗਲੇ ਕਹਿੰਦੇ ਜੀ ਦਿੱਲੀ ਦਾ ਪੈਸਾ ਦਿੱਲੀ ਵਾਲਿਆਂ ਨੇ ਲਾਇਆ, ਸਾਨੂੰ ਕੀ ਲੈਣਾ ਜੀ। ਪਰ ਸਵਾਲ ਪੰਜਾਬ ਤੇ ਵੀ ਖੜਾ ਜਨਾਬ।
ਜੀ ਬਕਾਇਦਾ ਜਿਹੜੇ ਤੱਥ ਨੇ ਉਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਨੂੰ, ਪੰਜਾਬ ਦੀ ਪਾਰਟੀ ਨੂੰ, ਪੰਜਾਬ ਦੀ ਸਰਕਾਰ ਨੂੰ, ਦਿੱਲੀ ਵਾਲੇ ਨੁਮਾਇੰਦਿਆਂ ਨੂੰ ਦੇਣਾ ਬਣਦਾ। ਉਹ ਕਹਿੰਦੇ ਜੀ ਕੇਜਰੀਵਾਲ ਕੋਲ ਤੇ ਭਗਵੰਤ ਮਾਨ ਦੇ ਕੋਲ ਪੰਜਾਬ ਪੁਲਿਸ ਦੇ 80 ਕਮਾਂਡੋ ਨੇ। ਜਿਹੜੀ ਗੱਲੋਂ ਵੀ ਠੀਕ ਹੈ, ਭਗਵੰਤ ਮਾਨ ਨੂੰ ਮਿਲੇ, ਚਲੋ ਮੁੱਖ ਮੰਤਰੀ ਆ ਜੀ, ਪਰ ਉਹ ਕਹਿੰਦੇ 5 ਲੈਂਡ ਕਰੂਜ਼ਰਾਂ ਦੀ ਕੀ ਲੋੜ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ। ਤੇ ਪੰਜਾਬ ਦੇ ਕੋਟੇ 'ਚ 2 ਕੇਜਰੀਵਾਲ ਨੂੰ ਦਿੱਤੀਆਂ, ਕਹਿੰਦੇ 2.5 ਕਰੋੜ ਦੀਆਂ 2। ਠੀਕ ਹੈ ਨੇ ਕੇਜਰੀਵਾਲ ਨੂੰ ਦਿੱਤੀਆਂ। ਕਿਉਂ ਦਿੱਤੀਆਂ ਜੀ? ਕਹਿੰਦੇ 80 ਕਮਾਂਡੋ ਪੰਜਾਬ ਦੇ ਦਿੱਤੇ ਨੇ। ਕਿਉਂ ਦਿੱਤੇ ਨੇ ਜੀ? ਕਹਿੰਦੇ ਹਲੋ ਪ੍ਰਤਾਪ ਬਾਜਵਾ ਕਹਿੰਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਜਰੀਵਾਲ ਨੂੰ ਬਤੌਰ CM Z+ ਰੱਖਿਆ ਦਿੱਤੀ ਹੋਈ ਆ, ਜਦੋਂ ਕਿ ਪੰਜਾਬ ਸਰਕਾਰ ਨੇ ਵੀ ਉਸ ਨੂੰ Z+ ਸਿਕਿਉਰਿਟੀ ਸਣੇ 2 ਲੈਂਡ ਕਰੂਜ਼ਰ ਗੱਡੀਆਂ ਜਿਹੜੀਆਂ 2.5 ਕਰੋੜ ਦੀਆਂ ਨੇ ਤੇ 80 ਕਮਾਂਡੋ ਦਿੱਤੇ ਹੋਏ ਨੇ ਜੀ। ਚੰਡੀਗੜ੍ਹ ਵਿੱਚ ਕੋਠੀ ਤੇ 50 ਕਮਾਂਡੋ ਸਮੇਤ ਲੈਂਡ ਕਰੂਜ਼ਰ ਨੇ ਕਹਿੰਦਾ ਜੀ। ਭਗਵੰਤ ਮਾਨ ਦੇ ਕੋਲ ਵੀ 5 ਲੈਂਡ ਕਰੂਜ਼ਰ ਨੇ। ਇਹ ਕਿਹੜੀ ਆਮ ਆਦਮੀ ਦੀ ਗੱਲ ਕਰਦੇ ਨੇ ਜੀ? ਕਹਿੰਦਾ ਹੁਣ ਇਹ ਸਵਾਲ ਇੱਕ ਪਾਸੇ ਤਾਂ ਇਹ VIP ਕਲਚਰ ਦਾ ਸਵਾਲ ਆ ਪ੍ਰਵੀਨ ਜੀ ਕਿ ਤੁਸੀਂ 5 ਲੈਂਡ ਕਰੂਜ਼ਰ ਇੱਕ 'ਚ ਬੈਠਣਾ ਕਿ ਇੱਕੋ ਟਾਈਮ 'ਚ 5 'ਚ ਬਹਿ ਜਾਓਗੇ। ਵੈਸੇ 5 'ਚ ਵੀ ਜੇਕਰ ਦੂਜੇ ਮੰਤਰੀ ਸੰਤਰੀ ਦੂਏ ਲੋਕ ਦੁਨੀਆ 'ਚ ਬੈਠ ਸਕਦੇ ਨੇ ਤਾਂ, ਪਰ ਅਗਲੇ ਕਹਿੰਦੇ ਅਸੀਂ ਕਿਹੜਾ ਹੁਣ ਕੈਪਟਨ ਅਮਰਿੰਦਰ ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਘੱਟ ਜੀ। ਇਹਦਾ ਮਤਲਬ ਉਹ ਸਾਰਾ ਲੋਕਾਂ ਨੂੰ ਤਾਂ ਠੱਗੀ ਹੋ ਸੀ ਨਾ, ਝੂਠੇ ਸੀ ਨਾ ਕਿ ਅਸੀਂ ਬਦਲਾ ਲਿਆਉਣਾ। ਫਿਰ ਦੂਸਰੇ ਪਾਸੇ ਇਹ ਦੂਜਾ VIP ਕਲਚਰ ਦੇ ਨਾਲ ਨਾਲ ਪੈਸੇ ਦਾ ਵੀ ਮਾਮਲਾ, ਖਰਚੇ ਦਾ ਬੋਝ ਕਰਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਨੇ ਸਿਕਿਉਰਿਟੀ ਕਿਉਂ ਦੇਣੀ ਆ ਵੀ? ਬਿਲਕੁਲ ਸਹੀ। ਫਿਰ ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਦੇ ਦਿਓ। ਮੁੱਖ ਮੰਤਰੀ ਦਾ ਮੁੱਖ ਮੰਤਰੀ ਹੋਇਆ, ਚਾਹੇ ਦਿੱਲੀ ਵਾਲਾ, ਚਾਹੇ ਹਿਮਾਚਲ ਵਾਲਾ, ਚਾਹੇ ਰਾਜਸਥਾਨ ਵਾਲਾ, ਚਾਹੇ ਕਰਨਾਟਕ ਵਾਲਾ, ਚਾਹੇ ਗੁਜਰਾਤ ਵਾਲਾ। ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਦੇ ਦਿਓ ਕਿ ਹਾਂ ਲਓ ਚੱਕੋ ਜੀ, ਸਾਡੇ ਕੋਲ 2 ਲੈਂਡ ਕਰੂਜ਼ਰ 2.5 ਕਰੋੜ ਦੀਆਂ ਤੇ ਆ ਚੱਕੋ ਜੀ 80 ਕਮਾਂਡੋ। ਇਹ ਸਾਡਾ ਅਸੀਂ ਨਵਾਂ ਰਿਵਾਜ ਤੋਰਿਆ ਜੀ। ਫਿਰ ਦੂਸਰੇ ਪਾਸੇ ਇਹ ਸਭ ਦੇ ਦਰਮਿਆਨ ਉਹ ਕਹਿੰਦੇ ਜੀ ਐਂ ਦੱਸ ਦਿਓ ਫਿਰ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਟਾਰੂ ਚੱਕ ਵਾਲੇ ਮਾਮਲੇ 'ਚ ਕਿਉਂ ਨਹੀਂ ਕਾਰਵਾਈ ਕਰਦੇ? ਉੱਥੇ ਵੀ ਤੁਸੀਂ ਭੁੱਲ ਜਾਂਦੇ ਹੋ ਕਿ ਹਾਂ ਇਹ ਦਲਿਤ ਵਿਰੋਧੀ ਮਾਮਲਾ ਹੈ, ਕਿਹਦੇ ਵਿਰੋਧੀ? ਉਹ ਬੱਚਿਆਂ ਦਾ ਦੱਸੋ ਜੀ ਕੀ ਕਸੂਰ ਹੈ ਕਹਿੰਦੇ। ਪਰ ਜਿਹੜੇ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੇ VIP ਕਲਚਰ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਨਾਲ ਰਾਘਵ ਚੱਡਾ ਨੂੰ ਵੀ ਲਿਆਂਦਾ। ਕਹਿੰਦੀ ਅਜਿਹੀ ਇੱਕ ਗੱਡੀ ਰਾਘਵ ਚੱਡਾ ਨੂੰ ਵੀ ਦਿੱਤੀ ਵੀ ਆ। ਕੋਠੀਆਂ ਇੱਥੇ ਰਾਘਵ ਚੱਡਾ ਨੂੰ ਵੀ ਨੇ, ਦਫ਼ਤਰ ਇੱਥੇ ਰਾਘਵ ਚੱਡਾ ਦੇ ਬੰਦਿਆਂ ਨੂੰ ਵੀ ਨੇ। ਉਹਦਾ ਜਵਾਬ ਦੇਣ ਕਹਿੰਦੇ। ਇਹ ਸਭ ਦੇ ਦਰਮਿਆਨ ਇੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਪ੍ਰਵੀਨ ਜੀ। ਉਹ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਆ ਜਿਹੜਾ ਕਹਿੰਦਾ ਸੀ ਅਸਲ 'ਚ ਆਮ ਆਦਮੀ ਦਾ ਮੁੱਖ ਮੰਤਰੀ ਤਾਂ ਮੈਂ ਆ ਜੀ, ਮੈਂ ਧਾਰਾਂ ਚੋਣਾ, ਮੈਂ ਰੱਸੇ ਬੰਨ੍ਹਦਾ, ਮੈਂ ਹੈਨਾ ਮੈਗ ਠੀਕ ਕਰਦਾ, ਮੈਂ ਟੈਂਟ ਲਾਉਣਾ। ਉਹ ਕਹਿੰਦੇ ਜੀ ਉਹਦੇ ਜਿਹੜਾ ਚੰਨੀ ਦਾ ਭਾਣਜਾ ਸੀ ਉਹਦੇ ਕੋਲ ਕਹਿੰਦੇ 2 ਐਸਕੌਟ ਚੱਲਦੀਆਂ ਸੀ, ਉਹਦੇ ਨਾਲ 22 ਕਮਾਂਡੋ ਚੱਲਦੀ ਸੀ ਉਹਦੇ ਨਾਲ। ਨਾ ਉਹਦੇ ਕੋਲ ਸਰਕਾਰੀ ਉਹਦਾ ਕੋਈ, ਨਾ ਸੰਵਿਧਾਨਕ ਉਹਦਾ ਕੋਈ ਜੀ, ਨਾ ਉਹਨੂੰ ਕੋਈ ਪਾਰਟੀ 'ਚ ਉਹਦਾ ਦਿੱਤਾ ਵਾ, ਨਾ ਉਹਨੂੰ ਉਹਦੇ ਕੋਲ ਕੋਈ ਮਤਲਬ ਕਿ ਚੇਅਰਮੈਨੀ ਫੇਅਰਮੈਨੀ ਸੀ। ਫਿਰ ਉਹਦੇ ਕੋਲ ਕਿਸ ਨਾਤੇ 2 ਐਸਕੌਟ ਗੱਡੀਆਂ ਉਹਦੇ ਨਾਲ ਚੱਲਦੀਆਂ ਸੀ ਤੇ ਪੱਕੇ ਕਮਾਂਡੋ ਲੱਗੇ ਸੀ ਬਾਈ ਜੀ, ਦੱਸਣ ਲਈ ਸੀ ਕਿ ਇਹ ਵੀ ਮੁੱਖ ਮੰਤਰੀ ਹੈ ਭਾਈ। ਆ ਵੀ ਪਹਿਲੂ ਆ। ਸੋ ਕੋਈ ਇੱਥੇ ਆਮ ਨੀਗਾ ਜੀ। ਇਹ ਖਾਸ ਨੇ, ਚਾਹੇ ਮੌਜੂਦਾ ਨੇ ਤੇ ਚਾਹੇ ਸਾਬਕਾ ਨੇ। ਸੋ ਇੱਕ ਦੂਏ ਤੇ ਦੋਸ਼ ਲਾ ਕੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਅੱਜ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਲੀਡਰ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੇ ਨੇ, ਔਰ ਪਹਿਲਿਆਂ ਵੀ ਲਾਉਂਦੇ ਸੀ ਤੇ ਹੁਣ ਵਾਲੇ ਵੱਧੇ ਲਾ ਰਹੇ ਨੇ, ਤੇ ਉੱਥੇ ਹੀ ਪਹਿਲਾਂ ਨਾਲੋਂ ਵੀ ਮਰਿਆਦਾ ਹੁਣ ਡਿੱਗਦੀ ਜਾ ਰਹੀ ਹੈ ਸ਼ਬਦਾਂ ਦੀ, ਬੋਲਾਂ ਦੀ, ਹੈਨਾ। ਤੇ ਇਹ ਇਸ ਨੂੰ ਲੈ ਕੇ ਇੱਕ ਫਿਕਰਮੰਦੀ ਖੜੀ ਹੈ ਕਿ ਪੰਜਾਬ ਦੀ ਅਸਾਰੂ ਸਿਆਸਤ ਦੀ ਥਾਂ ਪੰਜਾਬ ਮਾਰੂ ਸਿਆਸਤ ਪੰਜਾਬ ਦੇ ਗਲ ਪੈ ਗਈ ਆ, ਜਿਹਨੇ ਪੰਜਾਬ ਦਾ ਬਹੁਤ ਪੱਠਾ ਬਟਾ ਦੇਣਾ ਹੋਵੇ। ਜੀ ਪੰਜਾਬ ਦਾ ਕਰਜ਼ਾ ਲਾਉਣ ਵਾਲੇ ਲੋਕ, ਪੰਜਾਬ ਦਾ ਰੈਵਨਿਊ ਵਧਾਉਣ ਵਾਲੇ ਲੋਕ ਅੱਜ ਕੱਲ੍ਹ ਤਾਨੇ ਮਿਹਣੇ 'ਚ ਪਏ ਨੇ। ਇਹਨਾਂ 'ਚ ਸੱਤਾਧਾਰੀ ਵੀ ਨੇ ਤੇ ਇਹਨਾਂ 'ਚ ਵਿਰੋਧੀ ਵੀ ਨੇ। ਵਿਰੋਧੀ ਵੀ ਕਦੇ ਰੋਡ ਮੈਪ ਲੈ ਕੇ ਆਉਂਦੇ ਹੁੰਦੇ ਸੀ, ਤੇਲੰਗਾਨਾ ਦੀ ਰੇਤੇ ਵਾਲੀ ਪਾਲਿਸੀ, ਫਲਾਂਸ ਸ਼ਰਾਬ ਕਾਰਪੋਰੇਸ਼ਨ। ਤੇ ਜਿਹੜੇ ਸੱਤਾਧਾਰੀ ਹੈ ਇਹ ਵੀ ਕਦੇ मीडिया इंटरव्यूज ਦੇ ਵਿੱਚ बैठ के 30,000 करोड़ इधर से आ जाएगा, 40,000 करोड़ इधर से आ जाएगा, इस तरह के दावे करते रहे हैं।